बहुत ही प्यारे विद्यार्थियों, सारिਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਗੁਰਦਾਸ ਸਿੰਘ, ਹੈਡਮਾਸਟਰ ਗੌਰਮੈਂਟ ਹਾਈ ਸਕੂਲ ਦੋਦਰਾ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ 2017 ਦੇ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਹੋਇਆ ਸੀ। ਇਸ ਤਰ੍ਹਾਂ ਹੀ ਇਸ ਵਾਰ 2020 ਦੇ ਵਿੱਚ ਨੈਸ਼ਨਲ ਅਚੀਵਮੈਂਟ ਸਰਵੇ ਹੋਣਾ ਹੈ। ਤਾਂ ਜੋ ਅਸੀਂ ਇਸ ਅਚੀਵਮੈਂਟ ਸਰਵੇ ਵਿੱਚ ਅੱਛੀ ਪਰਫੋਰਮੈਂਸ ਦੇ ਸਕੀਏ, ਇਸ ਨੂੰ ਟਾਰਗੇਟ ਵਜੋਂ ਲੈ ਕੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਅਚੀਵਮੈਂਟ ਸਰਵੇ ਕਰਵਾਇਆ ਜਾਣਾ ਹੈ। ਇਹ ਸਰਵੇ ਇਸੇ ਮਹੀਨੇ ਅਗਸਤ ਮਹੀਨੇ ਵਿੱਚ ਹੋਣਾ ਹੈ। ਇਸ ਨੂੰ ਹੀ ਮੁੱਖ ਰੱਖਦਿਆਂ ਹੋਇਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਐਜੂਕੇਅਰ ਐਪ ਤਿਆਰ ਕੀਤੀ ਗਈ ਹੈ, ਜਿਸ ਵਿੱਚ ਕਿ ਪ੍ਰਸ਼ਨ ਬੈਂਕ ਦਿੱਤੇ ਗਏ ਹਨ। ਆਪਾਂ ਅੱਜ ਪੰਜਾਬੀ ਪ੍ਰਸ਼ਨ ਬੈਂਕ ਜੋ ਕਿ ਪੰਜਾਬ ਐਜੂਕੇਅਰ ਐਪ ਉੱਪਰ ਸਿੱਖਿਆ ਵਿਭਾਗ ਵੱਲੋਂ ਉਪਲਬਧ ਕਰਵਾਇਆ ਗਿਆ, ਉਸ ਦੇ ਪ੍ਰਸ਼ਨਾਂ ਨੂੰ ਸਮਝਾਂਗੇ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਮਨੁੱਖ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਕਿਸ ਮਾਧਿਅਮ ਰਾਹੀਂ ਪ੍ਰਗਟ ਕਰਦਾ ਹੈ। ਬੱਚਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਜਦੋਂ ਆਪਣੇ ਵਿਚਾਰਾਂ ਨੂੰ ਦੂਜੇ ਨਾਲ ਸਾਂਝਾ ਕਰਨਾ ਹੈ ਤਾਂ ਦੋ ਹੀ ਤਰੀਕੇ ਹਨ, ਬੋਲ ਕੇ ਜਾਂ ਲਿਖ ਕੇ, ਔਰ ਦੋਨੇ ਤਰੀਕਿਆਂ ਨੂੰ ਅਸੀਂ ਬੋਲੀ ਦਾ ਨਾਮ ਦਿੰਦੇ ਹਾਂ, ਭਾਵ ਕਿ ਬੋਲੀ ਜਾਂ ਭਾਸ਼ਾ। ਤਾਂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਬੋਲੀ ਜਾਂ ਭਾਸ਼ਾ। ਦੂਸਰਾ ਪ੍ਰਸ਼ਨ, ਬੋਲ ਕੇ ਜਦੋਂ ਅਸੀਂ ਆਪਣੇ ਮਨ ਦੀ ਗੱਲ ਸਾਂਝੀ ਕਰਦੇ ਹਾਂ, ਉਸ ਨੂੰ ਕੀ ਆਖਦੇ ਹਨ। ਜਦੋਂ ਅਸੀਂ ਬੋਲ ਕੇ ਦੂਜੇ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਦੇ ਹਾਂ, ਉਸ ਨੂੰ ਬੋਲ ਚਾਲ ਦੀ ਬੋਲੀ ਕਿਹਾ ਜਾਂਦਾ ਹੈ। ਜੇਕਰ ਅਸੀਂ ਲਿਖ ਕੇ ਗੱਲ ਸਾਂਝੀ ਕਰਾਂਗੇ ਤਾਂ ਉਸ ਨੂੰ ਲਿਖਤੀ ਬੋਲੀ ਕਹਾਂਗੇ। ਪ੍ਰਸ਼ਨ ਨੰਬਰ 3, ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਬੋਲੀ ਤੁਹਾਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਬੋਲੀ ਦੋ ਤਰ੍ਹਾਂ ਦੀ ਹੁੰਦੀ ਹੈ, ਬੋਲ ਚਾਲ ਦੀ ਬੋਲੀ ਔਰ ਲਿਖਤੀ ਬੋਲੀ। ਇਸ ਦਾ ਸਹੀ ਉੱਤਰ ਊੜਾ, ਭਾਵ ਕਿ 2। ਸਾਹਿਤਕ ਬੋਲੀ ਨੂੰ ਹੋਰ ਕੀ ਆਖਦੇ ਹਨ। ਸਾਹਿਤਕ ਬੋਲੀ ਨੂੰ ਟਕਸਾਲੀ ਬੋਲੀ ਕਿਹਾ ਜਾਂਦਾ ਹੈ। ਟਕਸਾਲੀ ਜਾਂ ਸਾਹਿਤਕ ਬੋਲੀ ਉਹ ਬੋਲੀ ਹੁੰਦੀ ਹੈ ਜਿਸ ਵਿੱਚ ਕਿਸੇ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ। ਇਸ ਵਿੱਚ ਹੀ ਅਖਬਾਰਾਂ ਛਪਦੀਆਂ ਹਨ ਔਰ ਇਹ ਕਿਸੇ ਰਾਜ ਦੀ ਸਰਕਾਰੀ ਭਾਸ਼ਾ ਹੁੰਦੀ ਹੈ। ਇਸ ਵਿੱਚ ਹੀ ਕਿਤਾਬਾਂ ਛਪਦੀਆਂ ਹਨ, ਇਸ ਵਿੱਚ ਹੀ ਮੈਗਜ਼ੀਨ ਛਪਦੇ ਹਨ, ਔਰ ਇਹ ਮਾਂਝੀ ਸਵਾਰੀ ਅਤੇ ਨਿਯਮਬੱਧ ਭਾਸ਼ਾ ਹੁੰਦੀ ਹੈ, ਭਾਵ ਕਿ ਸਾਹਿਤਕ ਜਾਂ ਟਕਸਾਲੀ ਬੋਲੀ। ਪ੍ਰਸ਼ਨ ਨੰਬਰ 5, ਕਿਸੇ ਪ੍ਰਾਂਤ ਦੀ ਭਾਸ਼ਾ ਨੂੰ ਕੀ ਆਖਦੇ ਹਨ। ਬੜਾ ਸੌਖਾ ਪ੍ਰਸ਼ਨ ਹੈ। ਪ੍ਰਾਂਤ ਜਾਂ ਰਾਜ ਇੱਕੋ ਹੀ ਗੱਲ ਹੈ, ਤਾਂ ਪ੍ਰਾਂਤ ਜਾਂ ਰਾਜ ਇੱਕੋ ਗੱਲ ਹੈ, ਤਾਂ ਇਸ ਦਾ ਸਹੀ ਉੱਤਰ ਬਣਿਆ ਰਾਜ ਭਾਸ਼ਾ। ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ। ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ। ਦੇਖੋ, ਪੰਜਾਬੀ, ਹਿੰਦੀ, ਬੰਗਾਲੀ ਇਹ ਅੰਤਰਰਾਸ਼ਟਰੀ ਭਾਸ਼ਾਵਾਂ ਨਹੀਂ ਹਨ। ਅੰਗਰੇਜ਼ੀ ਅੰਤਰਰਾਸ਼ਟਰੀ ਭਾਸ਼ਾ ਹੈ। ਸਾਡੇ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ, ਜਿਨ੍ਹਾਂ ਦੇ ਵਿੱਚੋਂ ਅੰਗਰੇਜ਼ੀ ਵੀ ਇੱਕ ਭਾਸ਼ਾ ਹੈ, ਪਰੰਤੂ ਇਹ ਇੱਕ ਅੰਤਰਰਾਸ਼ਟਰੀ ਭਾਸ਼ਾ ਹੈ। ਪ੍ਰਸ਼ਨ ਨੰਬਰ 7, ਵਿਆਕਰਨ ਕੀ ਹੁੰਦੀ ਹੈ। ਬੱਚਿਓ, ਵਿਆਕਰਨ ਇੱਕ ਅਜਿਹੀ ਵਿੱਦਿਆ ਹੁੰਦੀ ਹੈ ਜਾਂ ਅਜਿਹਾ ਨਿਯਮਾਂ ਦਾ ਸਮੂਹ ਹੈ ਜਿਸ ਵਿੱਚ ਕਿ ਕਿਸੇ ਭਾਸ਼ਾ ਦੇ ਨਿਯਮ ਹੁੰਦੇ ਹਨ। ਤਾਂ ਨਿਯਮਾਂ ਦੇ ਸਮੂਹ, ਕਿਸੇ ਭਾਸ਼ਾ ਦੇ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 8, ਵਿਆਕਰਨ ਦੇ ਕਿੰਨੇ ਅੰਗ ਹਨ। ਵਿਆਕਰਨ ਦੇ ਮੁੱਖ ਤੌਰ 'ਤੇ 4 ਅੰਗ ਹਨ। ਸਭ ਤੋਂ ਪਹਿਲਾਂ ਧੁਨੀ ਬੋਧ, ਨੰਬਰ 2 ਸ਼ਬਦ ਬੋਧ, ਫਿਰ ਵਾਕ ਬੋਧ ਅਤੇ ਫਿਰ ਅਰਥ ਬੋਧ। ਜੇਕਰ ਆਪਾਂ ਇਹ ਵੀ ਵੇਖੀਏ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ, ਸਭ ਤੋਂ ਛੋਟੀ ਇਕਾਈ ਭਾਸ਼ਾ ਦੀ ਧੁਨੀ ਹੁੰਦੀ ਹੈ। ਧੁਨੀਆਂ ਤੋਂ ਮਿਲ ਕੇ ਸ਼ਬਦ ਬਣਦੇ ਹਨ, ਸ਼ਬਦਾਂ ਤੋਂ ਮਿਲ ਕੇ ਵਾਕ ਬਣਦੇ ਹਨ, ਔਰ ਉਸ ਤੋਂ ਬਾਅਦ ਉਸ ਵਾਕ ਦਾ ਅਰਥ ਪੈਦਾ ਹੁੰਦਾ ਹੈ। ਪ੍ਰਸ਼ਨ ਨੰਬਰ 9, ਗੁਰਮੁਖੀ ਲਿਪੀ ਕਿਸ ਭਾਸ਼ਾ ਵਿੱਚ ਵਰਤੀ ਜਾਂਦੀ ਹੈ। ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਵਿੱਚ ਵਰਤੀ ਜਾਂਦੀ ਹੈ। ਹਿੰਦੀ ਦੀ ਦੇਵਨਾਗਰੀ ਲਿਪੀ ਹੈ,
ਜਿਹੜੀ ਇਹ ਰੋਮਨ ਹੈ ਇਹ ਅੰਗਰੇਜ਼ੀ ਭਾਸ਼ਾ ਦੀ ਲਿਪੀ ਹੈ। ਪ੍ਰਸ਼ਨ ਨੰਬਰ 10, ਗੁਰਮੁਖੀ ਲਿਪੀ ਦਾ ਦੂਜਾ ਨਾਮ ਕੀ ਹੈ? ਗੁਰਮੁਖੀ ਲਿਪੀ ਦਾ ਦੂਜਾ ਨਾਮ 35 ਅੱਖਰੀ ਹੈ, ਕਿਉਂਕਿ ਸ਼ੁਰੂ ਦੇ ਵਿੱਚ ਇਸ ਭਾਸ਼ਾ ਦੇ 35 ਅੱਖਰ ਸਨ, ਪਰੰਤੂ ਅੱਜ ਕੱਲ੍ਹ 6 ਪੈਰਵਿੰਦੀ ਵਾਲੇ ਅੱਖਰ ਮਿਲਾ ਕੇ ਹੁਣ ਪੰਜਾਬੀ ਦੀ ਗੁਰਮੁਖੀ ਲਿਪੀ ਹੈ ਜਿਹੜੀ ਵਰਨਮਾਲਾ ਹੈ ਉਸ ਦੇ 41 ਅੱਖਰ ਹੋ ਚੁੱਕੇ ਹਨ। ਗੁਰਮੁਖੀ ਲਿਪੀ ਦਾ ਦੂਜਾ ਨਾਮ ਜੇਕਰ ਪੁੱਛਿਆ ਜਾਵੇ ਤਾਂ ਅਸੀਂ 35 ਅੱਖਰੀ ਕਹਾਂਗੇ। ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 11 ਕਿ ਅਜੋਕੀ ਪੰਜਾਬੀ ਦੇ ਕਿੰਨੇ ਅੱਖਰ ਹਨ? ਇਹ ਆਪਾਂ ਹੁਣੀ ਦੱਸ ਚੁੱਕੇ ਹਾਂ, 41। ਪ੍ਰਸ਼ਨ ਨੰਬਰ 12, ਲਿਪੀ ਕਿਸ ਦਾ ਪਹਿਰਾਵਾ ਹੈ? ਲਿਪੀ ਭਾਸ਼ਾ ਦਾ ਪਹਿਰਾਵਾ ਹੈ, ਕਿਉਂਕਿ ਲਿਪੀ ਉਹ ਚਿੰਨ੍ਹ ਹੁੰਦੇ ਹਨ ਜਿਹੜੇ ਕਿਸੇ ਭਾਸ਼ਾ ਨੂੰ ਲਿਖਣ ਲਈ ਵਰਤੇ ਜਾਂਦੇ ਹਨ। ਇਸ ਵਿੱਚ ਅੱਖਰ ਵੀ ਆ ਜਾਂਦੇ ਹਨ, ਇਸ ਵਿੱਚ ਵਿਸਰਾਮ ਚਿੰਨ੍ਹ ਵੀ ਆ ਜਾਂਦੇ ਹਨ, ਇਸ ਵਿੱਚ ਦੁੱਤ ਅੱਖਰ ਵੀ ਆ ਜਾਂਦੇ ਹਨ, ਇਸ ਵਿੱਚ ਪੈਰਵਿੰਦੀ ਵਾਲੇ ਅੱਖਰ ਵੀ ਆ ਜਾਂਦੇ ਹਨ। ਭਾਸ਼ਾ ਦੀ ਸ਼ੁੱਧੀ ਲਈ ਕਿਸ ਚੀਜ਼ ਦੀ ਲੋੜ ਪੈਂਦੀ ਹੈ? ਭਾਸ਼ਾ ਜਿਵੇਂ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਵਿਆਕਰਨ, ਭਾਵ ਕਿ ਵਿਆਕਰਨ ਦੇ ਵਿੱਚ ਭਾਸ਼ਾ ਦੇ ਨਿਯਮ ਹੁੰਦੇ ਹਨ, ਇਸ ਕਰਕੇ ਭਾਸ਼ਾ ਦੀ ਸ਼ੁੱਧੀ ਲਈ ਵਿਆਕਰਨ ਦੀ ਲੋੜ ਪੈਂਦੀ ਹੈ। ਅਗਲਾ ਜੋ ਪ੍ਰਸ਼ਨ ਹੈ ਉਹ ਹੈ ਕਿ ਵਰਨਮਾਲਾ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਹੈ? ਵਰਨਮਾਲਾ ਨੂੰ ਇੱਥੇ ਪੰਜਾਬੀ ਵਰਨਮਾਲਾ ਲਿਖਣਾ ਸੀ, ਇੱਥੇ ਇਹਨਾਂ ਨੇ ਪੰਜਾਬੀ ਵਰਨਮਾਲਾ ਨੂੰ 8 ਵਰਗਾਂ ਵਿੱਚ ਵੰਡਿਆ ਗਿਆ ਹੈ। ਤੁਸੀਂ ਦੇਖੋਗੇ ਕਿ ਪੰਜਾਬੀ ਦੇ ਕੁੱਲ 41 ਅੱਖਰ ਹਨ। ਪਹਿਲੀਆਂ 7 ਲਾਈਨਾਂ ਦੇ ਵਿੱਚ 5-5 ਅੱਖਰ ਹਨ, ਔਰ ਜੋ 8ਵੀਂ ਲਾਈਨ ਹੈ ਉਸ ਵਿੱਚ 6 ਅੱਖਰ ਹਨ। ਔਰ ਜਿਹੜੇ ਇਹ 5-5 ਅੱਖਰ ਹਰ ਲਾਈਨ ਵਿੱਚ ਹਨ, ਇਹ ਆਪਣੇ ਆਪ ਵਿੱਚ ਇੱਕ ਵਰਗ ਹੈ। ਊੜੇ ਵਾਲੀ ਲਾਈਨ ਹੈ ਜਿਹੜੀ ਉਹ ਮੁੱਖ ਵਰਗ ਹੈ, ਕੱਕੇ ਵਾਲੀ ਦਾ ਕਵਰਗ, ਚੱਚੇ ਵਾਲੀ ਦਾ ਚਵਰਗ, ਟੈਂਕੇ ਵਾਲੀ ਦਾ ਟਵਰਗ, ਤੱਤੇ ਵਾਲੀ ਦਾ ਤਵਰਗ, ਪੱਪੇ ਵਾਲੀ ਦਾ ਪਵਰਗ ਅਤੇ ਯਈਏ ਵਾਲੀ ਲਾਈਨ ਅੰਤਿਮ ਵਰਗ। ਉਸ ਤੋਂ ਬਾਅਦ ਜੋ ਸੱਸੇ ਪੈਰਵਿੰਦੀ, ਕੱਖੇ ਪੈਰਵਿੰਦੀ, ਗੱਗੇ ਪੈਰਵਿੰਦੀ, ਜ਼ੱਜ਼ੇ ਪੈਰਵਿੰਦੀ, ਫੱਫੇ ਪੈਰਵਿੰਦੀ, ਲੱਲੇ ਪੈਰਵਿੰਦੀ, ਇਹ ਜੋ 6 ਅੱਖਰ ਹਨ ਇਹ ਨਵੀਨ ਟੋਲੀ ਕਿਹਾ ਜਾਂਦਾ ਹੈ ਇਹਨਾਂ ਨੂੰ। ਤਾਂ ਕੁੱਲ ਮਿਲਾ ਕੇ ਪੰਜਾਬੀ ਵਰਨਮਾਲਾ ਦੇ 8 ਵਰਗ ਹਨ। ਪ੍ਰਸ਼ਨ ਨੰਬਰ 15, ਭਾਸ਼ਾ ਨੂੰ ਲਿਖਤੀ ਰੂਪ ਦੇਣ ਵਾਲੇ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਭਾਸ਼ਾ ਨੂੰ ਜਦੋਂ ਆਪਾਂ ਲਿਖਤੀ ਰੂਪ ਦਿੰਦੇ ਹਾਂ ਤਾਂ ਉਹ ਚਿੰਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਚਿੰਨ੍ਹਾਂ ਨੂੰ ਕਿਹਾ ਜਾਂਦਾ ਹੈ ਲਿਪੀ। ਇੱਥੇ ਆਪਸ਼ਨ ਸਹੀ ਨਹੀਂ ਲਿਖੀ ਗਈ ਤਾਂ ਤੁਸੀਂ ਨੋਟ ਕਰ ਲੈਣਾ ਹੈ, ਉਸ ਨੂੰ ਲਿਪੀ ਕਿਹਾ ਜਾਂਦਾ ਹੈ। ਤਾਂ 15ਵੇਂ ਪ੍ਰਸ਼ਨ ਦਾ ਸਹੀ ਉੱਤਰ ਹੈ ਲਿਪੀ। ਸਵਰ ਵਾਹਕ, ਸਵਰ ਵਾਹਕ ਭਾਵ ਕਿ ਸਵਰਾਂ ਨੂੰ ਪ੍ਰਗਟ ਕਰਨ ਵਾਲੇ ਜੋ ਚਿੰਨ੍ਹ ਹਨ, ਵਾਹਕ ਤੋਂ ਭਾਵ ਹੈ ਅੱਖਰ, ਤਾਂ ਸਵਰ ਵਾਹਕ 3 ਹਨ, ਊੜਾ, ਆੜਾ ਅਤੇ ਈੜੀ। ਪ੍ਰਸ਼ਨ ਨੰਬਰ 17, ਜਿਨ੍ਹਾਂ ਅੱਖਰਾਂ ਦੇ ਉਚਾਰਨ ਸਮੇਂ ਆਵਾਜ਼ ਨੱਕ ਵਿੱਚੋਂ ਆਉਂਦੀ ਹੈ ਉਹਨਾਂ ਨੂੰ ਕੀ ਆਖਦੇ ਹਨ? ਨੱਕ ਵਿੱਚੋਂ ਆਉਣ ਵਾਲੀਆਂ ਧੁਨੀਆਂ ਨੂੰ ਅਨੁਨਾਸਕੀ ਧੁਨੀਆਂ ਕਿਹਾ ਜਾਂਦਾ ਹੈ। ਤਾਂ ਇੱਥੇ ਇਹਨਾਂ ਨੇ ਵਿਅੰਜਨ ਲਿਖਣਾ ਸੀਗਾ। ਅਨੁਨਾਸਕੀ ਵਿਅੰਜਨ ਜਿਹੜੇ ਹੈਗੇ ਆ ਉਹਨਾਂ ਦੀ ਆਵਾਜ਼ ਨੱਕ ਵਿੱਚੋਂ ਆਉਂਦੀ ਹੈ। ਅਨੁਨਾਸਕੀ ਤੋਂ ਭਾਵ ਹੈ ਨੱਕ ਵਿੱਚੋਂ ਆਉਣ ਵਾਲੀਆਂ ਧੁਨੀਆਂ ਦੀ ਆਵਾਜ਼। ਪ੍ਰਸ਼ਨ ਨੰਬਰ 18, ਪੰਜਾਬੀ ਵਿੱਚ ਕਿੰਨੇ ਦੁੱਤ ਅੱਖਰ ਹਨ? ਇੱਥੇ ਦੁੱਤ ਅੱਖਰ ਜਿਹੜੇ ਹੁੰਦੇ ਆ ਉਹ 3 ਹੁੰਦੇ ਆ। ਜਿਹੜੇ ਅੱਖਰ ਕਿਸੇ ਅੱਖਰ ਦੇ ਪੈਰ ਵਿੱਚ ਪੈਂਦੇ ਆ ਉਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਪੰਜਾਬੀ ਵਿੱਚ 3 ਦੁੱਤ ਅੱਖਰ ਹਨ, ਹਾਹਾ, ਰਾਰਾ ਅਤੇ ਵਾਵਾ। ਦੁੱਤ ਅੱਖਰਾਂ ਨੂੰ ਜੁੜਵੇਂ ਅੱਖਰ ਵੀ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 19, ਪੰਜਾਬੀ ਭਾਸ਼ਾ ਵਿੱਚ ਕਿੰਨੇ ਵਿਅੰਜਨ ਹਨ? ਦੇਖੋ, ਆਪਾਂ ਪਹਿਲਾਂ ਦੱਸਿਆ ਕਿ ਪੰਜਾਬੀ ਦੇ ਕੁੱਲ 41 ਅੱਖਰ ਹਨ, ਜਿਨ੍ਹਾਂ ਵਿੱਚੋਂ 3 ਪ੍ਰਸ਼ਨ ਨੰਬਰ 16 ਦੇ ਵਿੱਚ ਦੱਸਿਆ ਤੁਹਾਨੂੰ ਕਿ ਸਵਰ ਵਾਹਕ ਹਨ। ਇਹ ਸਵਰ ਅੱਖਰ ਵੀ ਹਨ, ਊੜਾ, ਆੜਾ ਅਤੇ ਈੜੀ। ਤਾਂ ਕੁੱਲ ਜੇਕਰ 41 ਦੇ ਵਿੱਚੋਂ ਇਹ 3 ਊੜਾ, ਆੜਾ, ਈੜੀ ਜੇਕਰ ਆਪਾਂ 3 ਇਹ ਮਾਈਨਸ ਕਰ ਦਈਏ ਤਾਂ 38 ਜਿਹੜੇ ਹੈਗੇ ਆ ਉਹ ਵਿਅੰਜਨ ਹੁੰਦੇ ਹਨ। ਪੰਜਾਬੀ ਭਾਸ਼ਾ ਵਿੱਚ 38 ਵਿਅੰਜਨ ਹਨ। ਅੱਖਰ ਨੂੰ ਹੋਰ ਕੀ ਆਖਦੇ ਹਨ? ਅੱਖਰ ਨੂੰ ਵਰਨ ਵੀ ਕਿਹਾ ਜਾਂਦਾ ਹੈ। ਤਾਂ ਬੱਚਿਓ, ਇਹ 20 ਪ੍ਰਸ਼ਨ ਆਪਾਂ ਨੇ ਪੰਜਾਬ ਐਜੂਕੇਅਰ ਐਪ ਦੇ
ਕੀਤੇ ਹਨ। ਤੁਸੀਂ ਇਹ ਸਾਰੇ 20 ਦੇ 20 ਪ੍ਰਸ਼ਨ ਨੇ ਜਿਹੜੇ ਉਹ ਦੁਬਾਰਾ ਧਿਆਨ ਨਾਲ ਕਰਨੇ ਹਨ, ਤਾਂ ਜੋ ਅਸੀਂ ਪੰਜਾਬ ਅਚੀਵਮੈਂਟ ਸਰਵੇ ਦੇ ਵਿੱਚ ਵਧੀਆ ਕਾਰਜਕਾਰੀ ਦਿਖਾ ਸਕੀਏ ਅਤੇ ਆਉਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਦੇ ਲਈ ਅਸੀਂ ਤਿਆਰ ਹੋ ਸਕੀਏ। ਥੈਂਕ ਯੂ ਬੱਚਿਓ, ਥੈਂਕ ਯੂ।